ਅੱਜ ਮੈਂ ਪਰਮੇਸ਼ਵਰ ਦੇ ਨਾਲ ਚੱਲਦੇ ਹੋਏ ਸਵਰਗ ਵਿੱਚ ਚੜ ਜਾਣਾ ਇਸ ਵਿਸ਼ੇ ਦੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ। ਅਸੀਂ ਸਾਰੇ ਸਵਰਗ ਦੇ ਰਾਜ ਵਿੱਚ ਵਾਪਸ ਜਾਣਾ ਚਾਹੁੰਦੇ ਹਾਂ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਸਾਰਿਆਂ ਕੋਲ ਸਵਰਗ ਲਈ ਉਹ ਆਸ ਹੈ ਨਾ। ਸਵਰਗ ਜਾਣ ਵਿੱਚ ਸਮਰਥੀ ਹੋਣ ਲਈ ਸਾਨੂੰ ਹਨੋਕ, ਨੂਹ ਅਤੇ ਅਬਰਾਹਮ ਦੇ ਵਾਂਗੂ ਜੋ ਪਰਮੇਸ਼ਵਰ ਦੇ ਨਾਲ ਚੱਲੇ ਵਿਸ਼ਵਾਸ ਦਾ ਜੀਵਨ ਜਿਉਣਾ ਚਾਹੀਦਾ ਹੈ ਤਾਂ ਜੋ ਅਸੀਂ ਸਵਰਗ ਜਾ ਸਕੀਏ। ਅੱਜ ਵਿਸ਼ਵਾਸ ਦੇ ਪੁਰਖਿਆਂ ਦੇ ਇਤਿਹਾਸ ਦੁਆਰਾ ਜੋ ਧਰਤੀ ਉੱਤੇ ਪਰਮੇਸ਼ਵਰ ਦੇ ਨਾਲ ਚੱਲਣ ਤੋਂ ਬਾਅਦ ਸਵਰਗ ਵਿੱਚ ਚੜ ਗਏ, ਆਓ ਅਸੀਂ ਸਵਰਗ ਜਾਣ ਦੀ ਬੁੱਧੀ ਸਿੱਖੀਏ। ਆਓ ਅਸੀਂ ਉਤਪਤ ਅਧਿਆਇ 5 ਉੱਤੇ ਇੱਕ ਨਜ਼ਰ ਪਾਈਏ। ਉਤਪਤ ਅਧਿਆਇ 5 ਵਚਨ 21। ਹਨੋਕ 65 ਵਰ੍ਹਿਆਂ ਦਾ ਸੀ ਤਾਂ ਉਸ ਤੋਂ ਮਤੂਸ਼ਲੇ ਜੰਮਿਆ ਅਤੇ ਮਤੂਸ਼ਲੇ ਦੇ ਜਨਮ ਦੇ ਪਿੱਛੋਂ ਹਨੋਕ 300 ਵਰ੍ਹਿਆਂ ਤੱਕ ਪਰਮੇਸ਼ਵਰ ਦੇ ਸੰਗ ਚੱਲਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜਨਮੇ। ਇੱਥੇ ਇਹ ਲਿਖਿਆ ਹੈ ਕਿ ਹਨੋਕ ਪਰਮੇਸ਼ਵਰ ਦੇ ਸੰਗ ਚੱਲਦਾ ਰਿਹਾ। ਵਚਨ 23, ਹਨੋਕ ਦੀ ਸਾਰੀ ਉਮਰ 365 ਵਰ੍ਹਿਆਂ ਦੀ ਸੀ। ਹਨੋਕ ਪਰਮੇਸ਼ਵਰ ਦੇ ਸੰਗ ਚੱਲਦਾ ਅਲੋਪ ਹੋ ਗਿਆ ਕਿਉਂ ਜੋ ਪਰਮੇਸ਼ਵਰ ਨੇ ਉਸ ਨੂੰ ਲੈ ਲਿਆ। ਇੱਥੇ ਮਹੱਤਵਪੂਰਨ ਭਾਗ ਹੈ, ਉਹ ਪਰਮੇਸ਼ਵਰ ਦੇ ਸੰਗ ਚੱਲਦਾ ਰਿਹਾ। ਕੁਝ ਕਾਰਨ ਹੋਵੇਗਾ ਕਿ ਪਰਮੇਸ਼ਵਰ ਨੇ ਉਤਪਤ ਅਧਿਆਇ 5 ਵਿੱਚ ਇੱਕ ਅਜਿਹੇ ਵਿਅਕਤੀ ਦਾ ਇਤਿਹਾਸ ਦਰਜ ਕੀਤਾ ਜੋ ਪਰਮੇਸ਼ਵਰ ਦੇ ਨਾਲ ਚੱਲਿਆ ਅਤੇ ਸਵਰਗ ਵਿੱਚ ਚੜ ਗਿਆ। ਜੇਕਰ ਤੁਸੀਂ ਪਰਮੇਸ਼ਵਰ ਦੇ ਨਾਲ ਚੱਲਣਾ ਇਹਨਾਂ ਵਚਨਾਂ ਦੇ ਬਾਰੇ ਸੋਚੋ ਤਾਂ ਇਸ ਦਾ ਸ਼ਾਬਦਿਕ ਮਤਲਬ ਹੈ ਪਰਮੇਸ਼ਵਰ ਨਾਲ ਮਿਲ ਕੇ ਚੱਲਣਾ। ਅਸੀਂ ਇਸ ਨੂੰ ਆਤਮਿਕ ਰੂਪ ਨਾਲ ਕਿਵੇਂ ਸਮਝ ਸਕਦੇ ਹਾਂ? ਜਦੋਂ ਅਸੀਂ ਹਨੋਕ ਦੇ ਇਤਿਹਾਸ ਨੂੰ ਯਾਦ ਕਰਦੇ ਹਾਂ ਜੋ ਪਰਮੇਸ਼ਵਰ ਨਾਲ ਚੱਲਦਾ ਸੀ ਅਤੇ ਸਵਰਗ ਵਿੱਚ ਚੜ ਗਿਆ, ਜਾਂ ਅਬਰਾਹਮ ਅਤੇ ਨੂਹ ਦਾ ਇਤਿਹਾਸ ਜੋ ਪਰਮੇਸ਼ਵਰ ਦੇ ਨਾਲ ਚੱਲਦੇ ਸੀ, ਉਦੋਂ ਅਸੀਂ ਪਰਮੇਸ਼ਵਰ ਦੇ ਨਾਲ ਚੱਲਣ ਨੂੰ ਪਰਮੇਸ਼ਵਰ ਦੇ ਨਮੂਨੇ ਦਾ ਪਾਲਨ ਕਰਨ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ। ਸਾਨੂੰ ਵੀ ਜੋ ਅੰਤਿਮ ਦਿਨਾਂ ਵਿੱਚ ਜੀ ਰਹੇ ਹਾਂ ਸਵਰਗ ਵਿੱਚ ਪ੍ਰਵੇਸ਼ ਕਰਨ ਲਈ ਪਰਮੇਸ਼ਵਰ ਦੇ ਨਾਲ ਚੱਲਣਾ ਚਾਹੀਦਾ ਹੈ। ਫਿਰ ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ? ਆਓ ਅਸੀਂ ਯਹੂਨਾ ਅਧਿਆਇ 13 ਵਿੱਚ ਯੀਸ਼ੂ ਤੋਂ ਗਿਆਨ ਪ੍ਰਾਪਤ ਕਰੀਏ। ਯਹੂਨਾ ਅਧਿਆਇ 13 ਵਚਨ 15। ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ। ਯੀਸ਼ੂ ਨੇ ਕਿਹਾ, ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ। ਜੇਕਰ ਅਸੀਂ ਕਹਿੰਦੇ ਹਾਂ ਕਿ ਅਸੀਂ ਯੀਸ਼ੂ ਦੇ ਨਾਲ ਚੱਲ ਰਹੇ ਹਾਂ ਅਤੇ ਮਸੀਹ ਅਨਸਾਉਂਗ ਜੀ ਦੇ ਨਾਲ ਚੱਲ ਰਹੇ ਹਾਂ ਜੋ ਯੀਸ਼ੂ ਦੇ ਨਵੇਂ ਨਾਮ ਨਾਲ ਆਏ ਹਨ ਅਤੇ ਯਰੂਸ਼ਲਮ ਮਾਤਾ ਜੀ ਦੇ ਨਾਲ ਚੱਲ ਰਹੇ ਹਾਂ ਤਾਂ ਸਾਨੂੰ ਸਿਯੋਨ ਵਿੱਚ ਉਹਨਾਂ ਦੇ ਨਮੂਨੇ ਦਾ ਪਾਲਨ ਕਰਨਾ ਚਾਹੀਦਾ ਹੈ। ਸਿਰਫ ਉਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਨਾਲ ਚੱਲ ਰਹੇ ਹਾਂ ਅਤੇ ਸਵਰਗ ਰਾਜ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਬਾਈਬਲ ਸਾਨੂੰ ਇਹ ਸਿਖਾਉਂਦੀ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਇਸ ਗੱਲ ਦੀ ਪੁਸ਼ਟੀ ਕਰੀਏ। ਪ੍ਰਕਾਸ਼ ਦੀ ਪੋਥੀ ਅਧਿਆਇ 14 ਵਚਨ 3। ਅਤੇ ਉਹ ਸਿੰਘਾਸਨ ਦੇ ਅੱਗੇ ਅਤੇ ਚੋਹਾਂ ਜੰਤੂਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ ਅਤੇ ਉਹਨਾਂ 1,44,000 ਤੋਂ ਬਿਨਾਂ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ। ਇਹ ਉਹ ਹਨ ਜਿਹੜੇ ਤੀਵੀਆਂ ਦੇ ਨਾਲ ਭ੍ਰਿਸ਼ਟ ਨਹੀਂ ਹੋਏ ਕਿਉਂ ਜੋ ਇਹ ਕੁਆਰੇ ਹਨ। ਇਹ ਉਹ ਹਨ ਭਾਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਤੁਰਦੇ ਹਨ। ਇੱਥੇ ਲੇਲਾ ਯੀਸ਼ੂ ਨੂੰ ਦਰਸਾਉਂਦਾ ਹੈ ਨਾ। ਬਾਈਬਲ ਕਹਿੰਦੀ ਹੈ ਕਿ ਜਿੱਥੇ ਕਿਤੇ ਯੀਸ਼ੂ ਮਸੀਹ ਜਾਂਦੇ ਹਨ ਸਾਨੂੰ ਉਹਨਾਂ ਦਾ ਪਾਲਨ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਹਰ ਉਸ ਨਮੂਨੇ ਦਾ ਪਾਲਨ ਕਰਨਾ ਚਾਹੀਦਾ ਹੈ ਜੋ ਉਹਨਾਂ ਨੇ ਸਾਨੂੰ ਦਿਖਾਇਆ ਹੈ ਨਾ, ਕਿਉਂਕਿ ਅਸੀਂ ਹਰ ਤਰ੍ਹਾਂ ਨਾਲ ਮਸੀਹ ਦੇ ਨਮੂਨੇ ਦਾ ਪਾਲਨ ਕਰ ਰਹੇ ਹਾਂ। ਤਾਂ ਬਾਈਬਲ ਨੇ ਕਿਹਾ ਭਾਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਤੁਰਦੇ ਹਨ। ਇਹ ਪਰਮੇਸ਼ਵਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ।
어디로 ਲੋਕ 있는지 따라갈 수 있는 자. ਜੋ ਜਿੱਥੇ ਕਿਤੇ ਪਰਮੇਸ਼ਵਰ ਜਾਂਦੇ ਹਨ ਉਹਨਾਂ ਦਾ ਪਾਲਨ ਕਰਦੇ ਹਨ। ਉਹ ਲੋਕ ਉਹੀ ਹਨ ਜੋ ਯੀਸ਼ੂ ਦੇ ਹਰ ਇੱਕ ਨਮੂਨੇ ਦਾ ਪਾਲਨ ਕਰਦੇ ਹਨ। 오늘날 ਬਹੁਤ ਸਾਰੇ ਧਰਮ 수없이 ਅਤੇ ਚਰਚ ਹਨ ਜੋ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ। 그렇다면 과연 ਉਹਨਾਂ ਵਿੱਚੋਂ 하나님과 동행 ਕਿਹੜਾ ਧਰਮ 교회나 ਜਾਂ ਕਿਹੜਾ ਚਰਚ 동행하고 있는 ਪਰਮੇਸ਼ਵਰ ਦੇ ਨਾਲ ਨਾਲ ਚੱਲ ਰਿਹਾ ਹੈ? 하나님 ਉਹ ਪਰਮੇਸ਼ਵਰ ਦੇ ਹਰ ਨਮੂਨੇ ਦਾ ਪਾਲਨ ਕਰਨ ਵਾਲੇ ਲੋਕ ਹਨ। 하고 실천 ਕੀ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ? 바로 이 ਅਜਿਹੇ ਲੋਕ 영원한 천국에 들어가 ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ 성경 가운데 ਕਾਬਲ ਹਨ। 그런 사람들이 ਬਾਈਬਲ ਇਸ ਦੀ ਸਾਖੀ ਦਿੰਦੀ ਹੈ, 주고 있습니다. 이 사람들이 ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਇਹ ਲੋਕ ਪਰਮੇਸ਼ਵਰ ਦੇ ਨਾਲ ਨਾਲ ਚੱਲਦੇ ਹਨ। ਇਸ ਲਈ ਅੱਜ ਆਓ ਅਸੀਂ ਬਾਈਬਲ ਦੇ ਕੁਝ ਵਚਨਾਂ ਦੇ ਦੁਆਰਾ 동행하는지 ਇਹ ਵੇਖਣ ਲਈ ਖੁਦ ਦੀ ਜਾਂਚ ਕਰੀਏ 주신 성경 ਕਿ ਅਸੀਂ ਪਰਮੇਸ਼ਵਰ ਦੇ ਨਾਲ ਨਾਲ ਚੱਲ ਰਹੇ ਹਾਂ ਜਾਂ ਨਹੀਂ। 과연 우리가 지금 ਆਓ ਅਸੀਂ ਵੇਖੀਏ 으로 동행하고 ਕਿ ਅਸੀਂ 아니면 내 마음 ਪਰਮੇਸ਼ਵਰ ਦੇ ਨਾਲ ਨਾਲ ਚੱਲ ਰਹੇ ਹਾਂ 생각과 내 ਜਾਂ ਆਪਣੀ ਖੁਦ ਦੇ ਵਿਚਾਰਾਂ 내 마음대로 ਜਾਂ ਭਾਵਨਾਵਾਂ ਨਾਲ ਚੱਲ ਰਹੇ ਹਾਂ। 이 문제를 ਆਓ ਅਸੀਂ ਬਾਈਬਲ ਦੇ ਦੁਆਰਾ ਖੁਦ ਦੀ ਜਾਂਚ ਕਰੀਏ। ਮਸੀਹ ਨੇ ਕਿਸ ਤਰ੍ਹਾਂ ਦਾ ਨਮੂਨਾ ਸਾਨੂੰ ਵਿਖਾਇਆ ਤਾਂ ਜੋ ਅਸੀਂ ਉਹਨਾਂ ਦਾ ਪਾਲਨ ਕਰ ਸਕੀਏ। 가야 되는지 ਆਓ ਅਸੀਂ ਲੂਕਾ ਅਧਿਆਇ 4 ਉੱਤੇ ਜਾਈਏ ਅਤੇ ਪਤਾ ਕਰੀਏ ਕਿ ਅਸੀਂ ਪਰਮੇਸ਼ਵਰ ਦੇ ਨਾਲ ਨਾਲ ਚੱਲ ਰਹੇ ਹਾਂ ਜਾਂ ਨਹੀਂ। ਆਓ ਅਸੀਂ ਲੂਕਾ ਅਧਿਆਇ 4 ਵਚਨ 16 ਵੇਖੀਏ। 예수 ਫਿਰ ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ 이르사 안식 ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ 당하지요. ਆਧੁਨਿਕ ਸਪਤਾਹਿਕ ਪ੍ਰਣਾਲੀ 'ਚ ਸਬਤ ਕਿਹੜੇ ਦਿਨ ਆਂਦਾ ਹੈ? 7ਵੇਂ ਦਿਨ 자기 규례 ਸ਼ਨੀਵਾਰ ਨੂੰ ਆਂਦਾ ਹੈ। 당에 들어가 ਸਮਾਜ ਵਿੱਚ ਜਾ ਕੇ ਪੜਨ ਲਈ ਖੜਾ ਹੋਇਆ 선지 ਅਤੇ ਯਸ਼ਾਇਆ ਨਬੀ ਦੀ ਪੋਥੀ ਉਹਨੂੰ ਦਿੱਤੀ ਗਈ ਅਤੇ ਉਸਨੇ ਪੋਥੀ ਖੋਲ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। 나를 보내사 ਉਸ ਮੈਨੂੰ ਕੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ। 하였더라. ਅਤੇ ਪੋਥੀ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ। 회당에 ਅਰ ਸਭਨਾਂ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਸ ਤੇ ਲੱਗੀਆਂ ਹੋਈਆਂ ਸਨ। 누가복음 ਬਹੁਤ ਸਾਰੇ 예수님 ਨਮੂਨਿਆਂ ਵਿੱਚੋਂ 보여주신 ਜੋ ਯੀਸ਼ੂ ਨੇ ਸਾਨੂੰ ਦਿਖਾਏ, 어떤 분이 여기 담 ਲੂਕਾ ਅਧਿਆਇ 4 ਵਚਨ 16 ਵਿੱਚ ਅਸੀਂ ਸਬਤ ਦੇ ਦਿਨ ਨੂੰ ਮਨਾਉਣ ਦਾ ਨਮੂਨਾ ਵੇਖ ਸਕਦੇ ਹਾਂ। 동행한다는 뜻은 ਪਰਮੇਸ਼ਵਰ ਦੇ ਨਾਲ ਨਾਲ ਚੱਲਣ ਦਾ ਮਤਲਬ ਹੈ 의미가 있다고. ਪਰਮੇਸ਼ਵਰ ਦੇ ਨਮੂਨੇ ਦਾ ਪਾਲਨ ਕਰਨਾ। 그렇다면 ਯੀਸ਼ੂ 2000년 전 이 땅에 ਜੋ 2000 ਸਾਲ ਪਹਿਲਾਂ ਇਸ ਧਰਤੀ ਉੱਤੇ ਆਏ ਸੀ 성령 시대 ਅਤੇ ਦੂਸਰੀ ਵਾਰ ਆਉਣ ਵਾਲੇ ਮਸੀਹ 이시는 ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਏ, 안식일에 ਉਹਨਾਂ ਨੇ ਸਾਨੂੰ ਸਬਤ ਦੇ ਦਿਨ ਨੂੰ ਮਨਾਉਣ ਦਾ ਨਮੂਨਾ ਵਿਖਾਇਆ। 안식일에 ਕਿਉਂਕਿ ਮਸੀਹ ਨੇ ਸਬਤ ਦੇ ਦਿਨ ਨੂੰ 하나님과 동행하는 ਮਨਾਉਣ ਦਾ ਨਮੂਨਾ ਵਿਖਾਇਆ। ਫਿਰ ਸਾਨੂੰ ਕਿਸ ਦਿਨ ਪਰਮੇਸ਼ਵਰ ਦੇ ਨਾਲ ਨਾਲ ਚੱਲਣ ਲਈ ਪਰਮੇਸ਼ਵਰ ਦੀ ਆਰਾਧਨਾ ਕਰਨੀ ਚਾਹੀਦੀ ਹੈ ਕਿ ਸਾਨੂੰ ਸਬਤ ਦੇ ਦਿਨ ਆਰਾਧਨਾ ਨਹੀਂ ਕਰਨੀ ਚਾਹੀਦੀ। ਇਹ ਉਹਨਾਂ ਲੋਕਾਂ ਦਾ ਵਿਸ਼ਵਾਸ ਹੈ ਜੋ ਪਰਮੇਸ਼ਵਰ ਦੇ ਨਾਲ ਨਾਲ ਚੱਲਦੇ ਹਨ। 이 하나님과 동행 ਅੱਜ 하나님과 ਸਾਰੇ ਚਰਚ ਕਹਿੰਦੇ ਹਨ ਕਿ ਉਹ ਪਰਮੇਸ਼ਵਰ ਦੇ ਨਾਲ ਨਾਲ ਚੱਲ ਰਹੇ ਹਨ। 그러나 ਹਾਲਾਂਕਿ 하나님께서 ਜੇਕਰ ਉਹ ਪਰਮੇਸ਼ਵਰ ਦੇ ਨਮੂਨੇ, ਪਰਮੇਸ਼ਵਰ ਦੀ ਸੱਚਾਈ ਅਤੇ ਪਰਮੇਸ਼ਵਰ ਦੇ ਰਾਹ ਦਾ ਪਾਲਨ ਨਹੀਂ ਕਰਦੇ 하나님과 동행하는 ਤਾਂ 사람이라고 ਉਹ ਇਹ ਨਹੀਂ ਕਹਿ ਸਕਦੇ 하나님과 동행하는 ਕਿ ਉਹ ਪਰਮੇਸ਼ਵਰ ਦੇ ਨਾਲ ਨਾਲ ਚੱਲ ਰਹੇ ਹਨ। 있습니까? 자, 그렇다면 ਸਬਤ ਦੇ ਦਿਨ ਦੀ ਸਧਾਰਨ ਪਰ ਮਹੱਤਵਪੂਰਨ ਸੱਚਾਈ ਨਾਲ ਵੀ 하나님과 동행 ਅਸੀਂ ਉਸ ਚਰਚ ਵਿਚਕਾਰ ਫਰਕ ਕਰ ਸਕਦੇ ਹਾਂ ਜੋ ਪਰਮੇਸ਼ਵਰ ਦੇ ਨਾਲ ਨਾਲ ਚੱਲ ਰਿਹਾ ਹੈ ਅਤੇ ਜੋ ਪਰਮੇਸ਼ਵਰ ਦੇ ਨਾਲ ਨਾਲ ਨਹੀਂ ਚੱਲ ਰਿਹਾ। 예수님께서 ਜੇਕਰ ਇੱਕ ਚਰਚ ਉਹਨਾਂ ਨਮੂਨਿਆਂ ਦਾ ਪਾਲਨ ਕਰ ਰਿਹਾ ਹੈ 보여주신 것을 ਜੋ ਯੀਸ਼ੂ ਮਸੀਹ ਨੇ ਆਪਣੇ ਲੋਕਾਂ ਨੂੰ 어떤 교회가 ਵਿਖਾਏ ਸੀ, 하나님과 동행 ਤਾਂ ਇਹ ਪੱਕਾ ਹੈ 하나님이 ਕਿ ਚਰਚ ਪਰਮੇਸ਼ਵਰ ਦੇ ਨਾਲ ਨਾਲ ਚੱਲ ਰਿਹਾ ਹੈ। 그렇다면 ਇਸ ਸਧਾਰਨ ਗੱਲ ਦੇ ਨਾਲ 하지만 우리가 놓고 ਸਾਨੂੰ ਉਸ ਚਰਚ ਨੂੰ ਲੱਭਣਾ ਚਾਹੀਦਾ ਹੈ ਜੋ ਸਬਤ ਦਾ ਦਿਨ 다시 찾아야 ਮਨਾਉਂਦਾ ਹੈ। 하나님과 ਜੋ ਲੋਕ ਪਰਮੇਸ਼ਵਰ ਦੇ ਨਾਲ ਨਾਲ ਚੱਲਦੇ ਹਨ 실천할 수 있고 ਉਹ ਸਵਰਗ ਉੱਤੇ ਚੜ ਸਕਦੇ ਹਨ। 그 교회가 ਪਰਮੇਸ਼ਵਰ ਦੇ ਨਾਲ ਨਾਲ ਚੱਲਣਾ 보낸 교회 ਉਸ ਚਰਚ ਦਾ ਮਿਸ਼ਨ ਹੈ ਜਿਸ ਨੂੰ ਪਰਮੇਸ਼ਵਰ ਨੇ ਸਥਾਪਿਤ ਕੀਤਾ ਹੈ। 성경의 가르침 ਅਸੀਂ ਬਾਈਬਲ ਦੀਆਂ ਸਿੱਖਿਆਵਾਂ ਦੁਆਰਾ 있습니까? ਇਸ ਨੂੰ ਸਮਝ ਸਕਦੇ ਹਾਂ। ਤਦ ਸਮੁੰਦਰ ਦੀ ਕਿਨਾਰੇ ਦੀ ਰੇਤ ਵਾਂਗ ਬਹੁਤ ਸਾਰੇ ਚਰਚ ਹਨ, ਪਰ 가에 모래알
ਉਹਨਾਂ ਵਿੱਚੋਂ ਕਿਹੜਾ ਚਰਚ ਸਬਤ ਦੇ ਦਿਨ ਨੂੰ ਪਵਿੱਤਰ ਮੰਨਣ ਲਈ 우리 하나님의 ਯਾਦ ਰੱਖਦਾ ਹੈ? 바로 그 안식일을 ਉਹ ਚਰਚ ਆਫ ਗੋਡ ਹੈ। 세상의 수많은 ਭਾਵੇਂ 사람들이 ਕਈ ਲੋਕ ਸਬਤ ਨੂੰ ਛੱਡ ਦਿੰਦੇ ਹਨ 일요일을 ਅਤੇ ਰਵਿਵਾਰ ਦੀ ਆਰਾਧਨਾ ਚੁਣਦੇ ਹਨ, ਪਰ ਅਸੀਂ ਪਰਮੇਸ਼ਵਰ ਨੂੰ ਨਹੀਂ ਛੱਡ ਸਕਦੇ। ਸਾਨੂੰ ਉਹਨਾਂ ਨਮੂਨਿਆਂ ਅਤੇ ਸਿੱਖਿਆਵਾਂ ਨੂੰ ਕਦੀ ਨਹੀਂ ਛੱਡਣਾ ਚਾਹੀਦਾ ਜੋ ਪਰਮੇਸ਼ਵਰ ਨੇ ਸਾਨੂੰ ਦਿਖਾਏ। ਸਾਨੂੰ ਪਰਮੇਸ਼ਵਰ ਦੇ ਨਾਲ ਚੱਲਣਾ ਚਾਹੀਦਾ ਹੈ। ਭਾਵੇਂ ਸਾਰਾ ਸੰਸਾਰ ਪਰਮੇਸ਼ਵਰ ਨੂੰ ਛੱਡ ਦੇਵੇ, ਪਰ ਸਾਨੂੰ ਅੰਤ ਤੱਕ ਪਰਮੇਸ਼ਵਰ ਦੇ ਨਾਲ ਚੱਲਣਾ ਚਾਹੀਦਾ ਹੈ। 이 문제뿐만 ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ 한다는 뜻은 ਕਿ ਪਰਮੇਸ਼ਵਰ ਦੇ ਨਾਲ ਚੱਲਣਾ, ਪਰਮੇਸ਼ਵਰ ਦੇ ਨਮੂਨੇ ਦਾ ਪਾਲਨ ਕਰਨਾ ਹੈ। 생각하시고 누가복음 20 ਆਓ ਅਸੀਂ ਲੂਕਾ ਅਧਿਆਇ 22 ਵਚਨ 7 ਉੱਤੇ ਜਾਈਏ। ਪਤੀਰੀ ਰੋਟੀ ਦਾ ਦਿਨ ਆਇਆ 일이 이런지라 ਜਿਸ ਵਿੱਚ ਪਸਾ ਦੇ ਲਈ ਬਲੀਦਾਨ ਕਰਨਾ ਸੀ, 사대 ਅਤੇ ਉਸਨੇ ਪਤਰਸ ਅਤੇ ਯਹੂਨਾ ਨੂੰ ਇਹ ਕਹਿ ਕੇ ਘੱਲਿਆ, ਭਈ ਜਾ ਕੇ ਸਾਡੇ ਲਈ ਪਸਾ ਤਿਆਰ ਕਰੋ ਤਾਂ ਅਸੀਂ ਖਾਈਏ। 6월절 ਇਹ ਯੀਸ਼ੂ ਦਾ 지키시는 ਪਸਾ ਮਨਾਉਣ ਦਾ ਦ੍ਰਿਸ਼ ਹੈ, 예수님께서 ਕਿਉਂਕਿ ਯੀਸ਼ੂ ਨੇ ਪਸਾ ਮਨਾਉਣ ਦਾ ਨਮੂਨਾ ਵਿਖਾਇਆ। ਫਿਰ ਪਰਮੇਸ਼ਵਰ ਦੇ ਨਾਲ ਚੱਲਣ ਵਾਲੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ? ਉਹਨਾਂ ਨੂੰ ਵੀ ਯੀਸ਼ੂ ਦੇ ਨਮੂਨੇ ਦਾ ਪਾਲਨ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਯੀਸ਼ੂ ਨੇ ਕਿਹਾ ਸੀ, ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ, ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ। ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਤੁਸੀਂ ਵੀ ਉਸੇ ਤਰ੍ਹਾਂ ਹੀ ਕਰ ਸਕੋ। ਦਰਅਸਲ ਸਵਰਗ ਜਾਣ ਲਈ ਯੀਸ਼ੂ ਨੂੰ ਨਾ ਤਾਂ ਸਬਤ ਅਤੇ ਫਸਾ ਮਨਾਉਣ ਦੀ ਅਤੇ ਨਾ ਹੀ ਬਪਤਿਸਮਾ ਲੈਣ ਦੀ ਲੋੜ ਸੀ। ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ? ਫਿਰ ਵੀ ਉਹਨਾਂ ਨੇ ਅਜਿਹਾ ਕਿਉਂ ਕੀਤਾ? ਬਪਤਿਸਮਾ ਵੀ ਪਾਪੀਆਂ ਲਈ ਹੈ। ਕਿ ਤੁਹਾਨੂੰ ਲੱਗਦਾ ਹੈ ਕਿ ਯੀਸ਼ੂ ਦੇ ਕੋਲ ਪਾਪ ਹੈ? 그는 죄는 ਉਹਨਾਂ ਦੇ ਕੋਲ ਕੋਈ ਪਾਪ ਨਹੀਂ ਹੈ। 비록 ਬਾਈਬਲ ਸਾਖੀ ਦਿੰਦੀ ਹੈ ਕਿ ਭਾਵੇਂ ਉਹ ਸਰੀਰ ਵਿੱਚ ਆਏ ਸੀ, ਪਰ ਉਹਨਾਂ ਦੇ ਕੋਲ ਕੋਈ ਪਾਪ ਨਹੀਂ ਹੈ। ਫਿਰ ਇਸ ਤਰ੍ਹਾਂ ਕਿਉਂ ਹੈ 왜 또 ਕਿ ਉਹਨਾਂ ਨੇ ਬਪਤਿਸਮਾ ਲਿਆ 왜 6월 ਅਤੇ ਸਬਤ ਦਾ ਦਿਨ 유심히 ਅਤੇ ਪਸਾ ਮਨਾਇਆ? ਸਾਨੂੰ ਇਸ ਦੇ ਬਾਰੇ ਸਾਵਧਾਨੀ ਨਾਲ ਸੋਚਣਾ ਚਾਹੀਦਾ ਹੈ। ਉਹਨਾਂ ਨੇ ਇਹ ਕਹਿੰਦੇ ਹੋਏ ਇਹ ਸਭ ਕੀਤਾ, ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ, ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ। 우리가 ਜੇਕਰ ਅਸੀਂ ਪਰਮੇਸ਼ਵਰ ਦੇ ਨਾਲ ਚੱਲ ਰਹੇ ਹਾਂ 하나님께서 ਤਾਂ ਸਾਨੂੰ ਵਿਸ਼ਵਾਸ ਦੇ ਜੀਵਨ ਵਿੱਚ 어떻게 해야 되겠어? ਕੀ ਕਰਨਾ ਚਾਹੀਦਾ ਹੈ? 그대로 ਸਾਨੂੰ ਉਹਨਾਂ ਨਮੂਨਿਆਂ ਦਾ ਪਾਲਨ ਕਰਨਾ ਚਾਹੀਦਾ ਹੈ ਜੋ ਪਰਮੇਸ਼ਵਰ ਨੇ ਸਾਨੂੰ ਵਿਖਾਏ ਹਨ। ਸਾਨੂੰ ਉਹਨਾਂ ਨੂੰ ਅਭਿਆਸ ਵਿੱਚ ਲਿਆਉਣਾ ਚਾਹੀਦਾ ਹੈ। ਇਸ ਕਰਕੇ ਲੂਕਾ ਅਧਿਆਇ 22 ਵਚਨ 7 ਵਿੱਚ ਯੀਸ਼ੂ ਨੇ ਆਪਣੇ ਸਭ ਤੋਂ ਪਿਆਰੇ ਚੇਲੇ ਪਤਰਸ ਅਤੇ ਯਹੂਨਾ ਨੂੰ ਪਸਾ ਤਿਆਰ ਕਰਨ ਲਈ ਭੇਜਿਆ। 그렇다면 ਫਿਰ 예수님과 사도 ਸਾਨੂੰ ਇਹ ਲੱਭਣਾ ਚਾਹੀਦਾ ਹੈ ਕਿ ਪੂਰੀ ਦੁਨੀਆ ਵਿੱਚ ਕਿਹੜਾ ਚਰਚ ਫਸਾ ਮਨਾਉਂਦਾ ਹੈ 존재하고 있는가? ਜਿਸ ਨੂੰ ਯੀਸ਼ੂ ਅਤੇ ਰਸੂਲਾਂ ਨੇ ਮਨਾਇਆ ਸੀ। 예수님께서 이 ਆਓ ਅਸੀਂ ਵੇਖੀਏ 중요하게 생각하신 ਕਿ ਯੀਸ਼ੂ ਫਸਾ ਨੂੰ ਕਿੰਨਾ ਮਹੱਤਵਪੂਰਨ ਮੰਨਦੇ ਸੀ। 9절입니다. ਵਚਨ 9, ਉਹਨਾਂ ਉਸ ਨੂੰ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤਿਆਰ ਕਰੀਏ? ਉਸਨੇ ਉਹਨਾਂ ਨੂੰ ਆਖਿਆ, ਵੇਖੋ ਜਾਂ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ 그 집 ਉਹਦੇ ਮਗਰ ਜਾਇਓ 선생님이 내게 ਅਤੇ ਘਰ ਦੇ ਮਾਲਕ ਨੂੰ ਕਹਿਓ, 내 ਭਾਈ ਗੁਰੂ ਜੀ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾ ਖਾਵਾਂ। ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫਰਸ਼ ਵਿਛਿਆ ਹੋਇਆ ਵਿਖਾਵੇਗਾ, ਉੱਥੇ ਤਿਆਰ ਕਰੋ। 저희가 ਸੋ ਉਹਨਾਂ ਜਾ ਕੇ ਜਿਹੋ ਜਿਹਾ ਉਸਨੇ ਉਹਨਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਅਤੇ ਫਸਾ ਤਿਆਰ ਕੀਤੀ। ਜਾਂ ਘੜੀ ਆ ਪਹੁੰਚੀ, ਫਸਾ ਮਨਾਉਣ ਦੀ ਤਰੀਕ ਅਤੇ ਸਮਾਂ ਹੈ ਨਾ? 예수께서 ਤਾਂ ਉਹ ਖਾਨ ਬੈਠਾ ਅਤੇ ਰਸੂਲ ਉਹਦੇ ਨਾਲ ਬੈਠੇ। ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਕੀ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾ ਤੁਹਾਡੇ ਨਾਲ ਖਾਵਾਂ। ਪਸਾ ਇੱਕ ਵਿਧੀ ਹੈ ਜਿਸ ਵਿੱਚ ਪਰਮੇਸ਼ਵਰ ਦੇ ਮੁਕਤੀ ਦੇ ਕੰਮ ਦਾ ਇੱਕ ਬਹੁਤ ਮਹੱਤਵਪੂਰਨ ਮਤਲਬ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਫਸਾ ਤੁਹਾਡੇ ਨਾਲ ਖਾਵਾਂ। ਆਓ ਅਸੀਂ ਵਚਨ 17 ਵਿੱਚ ਵੇਖੀਏ ਕਿ ਉਹ ਫਸਾ ਉੱਤੇ ਸਾਨੂੰ ਕਿਸ ਤਰ੍ਹਾਂ ਦਾ ਵਾਅਦਾ ਦੇਣਾ ਚਾਹੁੰਦੇ ਸੀ। 이에 잔을 받으사 사리하시고 가라사대 ਇਹਨੂੰ ਲੈ ਕੇ ਆਪੋ ਵਿੱਚ ਵੰਡ ਲਓ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਇਹਦੋਂ ਅੱਗੇ ਮੈਂ ਦਾਖ ਦਾ ਰਸ ਕਦੇ ਨਾ ਪੀਵਾਂਗਾ ਜਦ ਤੀਕਰ ਪਰਮੇਸ਼ਵਰ ਦਾ ਰਾਜ ਨਾ ਆਵੇ। 또 떡을 가져서 ਤਾਂ ਉਸਨੇ ਰੋਟੀ ਲਈ 떼어 저에게 ਅਤੇ ਸ਼ੁਕਰ ਕਰਕੇ ਤੋੜੀ 이것은 ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ। ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। 이와 같이 하여 ਅਤੇ ਖਾਣ ਦੇ ਬਾਅਦ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਇਹ ਕਿਹਾ, ਇਹ ਪਿਆਲਾ ਕੀ ਹੈ? ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। 모든 우리 ਪਰਮੇਸ਼ਵਰ ਨੇ 들을 위해서 ਕਿਸ ਤਰ੍ਹਾਂ ਦਾ ਪਰਵ ਸਾਰੀ ਮਨੁੱਖ ਜਾਤੀ ਨੂੰ ਪ੍ਰਦਾਨ ਕੀਤਾ।
ਉਹ ਪਸਾਹ ਦਾ ਪਰਵ ਹੈ ਅਤੇ ਉਹਨਾਂ ਨੇ ਸਾਨੂੰ ਨਮੂਨਾ ਵਿਖਾਇਆ ਕਿ ਇਸ ਨੂੰ ਕਿਵੇਂ ਮਨਾਇਆ ਜਾਵੇ। 알려주셨거든. ਹਾਲਾਂਕਿ 4세기 ਚੌਥੀ ਸਦੀ ਵਿੱਚ 325 ਈਸਵੀ ਵਿੱਚ 결국 ਜੀਵਨ ਦੀ ਸੱਚਾਈ ਪਸਾਹ 회의를 통해서 ਨਿਕਿਆ ਦੀ ਪਰਿਸ਼ਦ ਦੇ ਦੁਆਰਾ ਨਸ਼ਟ ਕੀਤਾ ਗਿਆ ਸੀ। 완성이 되었습니다. 오늘 ਇਹਨਾਂ ਦਿਨਾਂ ਵਿੱਚ ਚਰਚ ਯੀਸ਼ੂ ਦੀ ਸਿੱਖਿਆਵਾਂ ਦਾ ਪਾਲਨ ਨਹੀਂ ਕਰਦੇ, 6월절을 ਪਰ ਪਸਾਹ ਨੂੰ ਨਸ਼ਟ ਕਰਨ ਵਾਲੇ ਸੰਗਠਨ ਦੀਆਂ ਸਿੱਖਿਆ ਨੂੰ ਸਵੀਕਾਰ ਕਰ ਰਹੇ ਹਨ। ਇਸ ਕਰਕੇ ਚਰਚ ਜੋ ਪਰਮੇਸ਼ਵਰ ਦੇ ਨਮੂਨੇ ਦਾ ਪਾਲਨ ਕਰਦਾ ਹੈ 전 세계적으로 ਉਹ ਛੋਟਾ ਹੈ 전체적인 지구 ਅਤੇ ਉਹਨਾਂ ਚਰਚਾਂ ਦੀ ਸੰਖਿਆ ਜੋ ਮਸੀਹ ਦੇ ਨਮੂਨੇ ਦਾ ਪਾਲਨ ਨਹੀਂ ਕਰਦੇ ਬਹੁਤ ਹੈ। ਇਹ ਮੱਤੀ ਅਧਿਆਇ 13 ਵਿੱਚ ਭਵਿੱਖਬਾਣੀ ਕੀਤੀ ਗਈ ਹੈ। ਸਾਰੇ ਲੋਕੋ, ਤੁਸੀਂ ਖੇਤ ਵਿੱਚ ਜੰਗਲੀ ਬੀਜਾਂ ਨੂੰ ਜਾਣਦੇ ਹੋ, ਹੈ ਨਾ? ਭਾਵੇਂ ਲੋਕ ਜੰਗਲੀ ਬੀਜਾਂ ਦੀ ਦੇਖਭਾਲ ਨਹੀਂ ਕਰਦੇ, ਫਿਰ ਵੀ ਉਹ ਚੰਗੀ ਤਰ੍ਹਾਂ ਵਿਕਸਿਤ ਹੁੰਦੇ ਹਨ। ਇਸ ਦੇ ਉਲਟ ਕਣਕ ਨੂੰ ਸਾਡੀਆਂ ਕੋਸ਼ਿਸ਼ਾਂ ਦੀ ਲੋੜ ਹੁੰਦੀ ਹੈ। ਸਾਨੂੰ ਇਸ ਮੌਸਮ ਵਿੱਚ ਪਾਣੀ ਦੇਣਾ ਹੁੰਦਾ ਹੈ, ਇਸ ਨੂੰ ਖਾਦ ਪਾਉਣ ਦੀ ਲੋੜ ਹੈ ਅਤੇ ਕੀੜੇ ਮਕੌੜਿਆਂ ਨੂੰ ਦੂਰ ਕਰਨਾ ਪਵੇਗਾ। ਜਦੋਂ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਕਰਾਂਗੇ, ਕਣਕ ਚੰਗੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਦੀ। ਜੰਗਲੀ ਬੀਜ ਚੰਗੀ ਤਰ੍ਹਾਂ ਵੱਧਦਾ ਹੈ ਭਾਵੇਂ ਅਸੀਂ ਉਹਨਾਂ ਦੀ ਦੇਖਭਾਲ ਬਿਲਕੁਲ ਨਹੀਂ ਕਰਦੇ। ਇਹਨਾਂ ਦਿਨਾਂ ਵਿੱਚ ਇਸ ਧਰਤੀ ਉੱਤੇ ਜੰਗਲੀ ਬੂਟੀ ਪ੍ਰਚਲਿਤ ਹੈ। ਉਹ ਸਾਰੇ ਖੇਤ ਮਤਲਬ ਸੰਸਾਰ ਵਿੱਚ ਫੈਲੇ ਹੋਏ ਹਨ। 그렇지만 ਪਰ ਅੰਤ ਵਿੱਚ ਵਾਢੀ ਦੇ ਸਮੇਂ ਵਿੱਚ ਪਰਮੇਸ਼ਵਰ ਜੰਗਲੀ ਬੀਜ ਦੇ ਪੌਦਿਆਂ ਨੂੰ ਇਕੱਠਾ ਕਰਕੇ ਸਾੜਨ ਲਈ ਉਹਨਾਂ ਦੀਆਂ ਪੂਲੀਆਂ ਬੰਨਣਗੇ ਅਤੇ ਕਣਕ ਨੂੰ ਸਵਰਗੀ ਖੱਤੇ ਵਿੱਚ ਇਕੱਠਾ ਕਰਨਗੇ। ਕੀ ਪਰਮੇਸ਼ਵਰ ਨੇ ਅਜਿਹਾ ਨਹੀਂ ਕਿਹਾ? 이 세상 ਭਾਵੇਂ ਸਾਰੇ ਲੋਕ ਪਰਮੇਸ਼ਵਰ ਦੀਆਂ ਸਿੱਖਿਆਵਾਂ ਅਤੇ ਨਮੂਨੇ ਨੂੰ ਤਿਆਗ ਦੇਣ, ਪਰ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਨਮੂਨੇ ਦਾ ਪਾਲਨ ਕਰਨਾ ਚਾਹੀਦਾ ਹੈ ਜਿਵੇਂ ਪਰਮੇਸ਼ਵਰ ਨੇ ਸਾਨੂੰ ਵਿਖਾਇਆ ਹੈ। ਆਓ ਅਸੀਂ ਦੁਬਾਰਾ ਵਚਨ ਵੀ ਵੇਖੀਏ। 저녁 ਅਤੇ ਕਾਂ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ, ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। 새 언약의 ਪਰਮੇਸ਼ਵਰ ਨੇ ਪਸਾਹ ਦੇ ਪਰਵ ਉੱਤੇ 귀한 거룩 ਨਵੇਂ ਨੇਮ ਦੀ ਸਚਾਈ ਦੀ ਘੋਸ਼ਣਾ ਕੀਤੀ। 하나님과 ਅਸੀਂ ਪਰਮੇਸ਼ਵਰ ਦੇ ਚਰਚ 그 교회라 ਅਤੇ ਪਰਮੇਸ਼ਵਰ ਦੀ ਸੰਤਾਨ ਹਾਂ। ਇਸ ਲਈ ਸਾਨੂੰ ਪੱਕੀ ਤਰ੍ਹਾਂ ਪਰਮੇਸ਼ਵਰ ਦੇ ਨਮੂਨੇ ਦਾ ਪਾਲਨ ਕਰਨਾ ਚਾਹੀਦਾ ਹੈ। 그럼 ਇਹਨਾਂ ਦਿਨਾਂ ਵਿੱਚ ਇਸ ਧਰਤੀ ਤੇ ਬਹੁਤ ਸਾਰੇ ਚਰਚ ਹਨ। ਉਹਨਾਂ ਬਹੁਤ ਸਾਰੇ ਚਰਚਾਂ ਵਿੱਚੋਂ ਕਿਹੜਾ ਚਰਚ ਪਸਾ ਮਨਾਉਂਦਾ ਹੈ ਜਿਸ ਨੂੰ ਯੀਸ਼ੂ ਦੀ ਆਪਣੇ ਚੇਲਿਆਂ ਨਾਲ ਮਨਾਉਣ ਦੀ ਵੱਡੀ ਇੱਛਾ ਸੀ? 오늘 그대로 순종 ਪਸਾ ਮਨਾਉਣ ਵਿੱਚ ਕਿਹੜਾ ਚਰਚ ਮਸੀਹ ਦੇ ਨਮੂਨੇ ਦਾ ਪਾਲਨ ਕਰਦਾ ਹੈ? 누구인가를 우리가 ਸਾਨੂੰ ਇਸ ਮਾਮਲੇ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਪਸਾ ਮਨਾਉਣ ਵਾਲਿਆਂ ਨਾਲ ਕੀ ਹੋਵੇਗਾ? 하늘로 ਉਹ ਹਨੂਕ ਦੀ ਤਰ੍ਹਾਂ 에녹과 같이 ਅਤੇ ਏਲੀਆ ਦੀ ਤਰ੍ਹਾਂ 또 엘리야와 같이 ਸਵਰਗ ਵਿੱਚ ਚੜ ਜਾਣਗੇ, 다 하나님 ਕਿਉਂਕਿ ਉਹ ਸਾਰੇ ਪਰਮੇਸ਼ਵਰ ਦੇ ਨਾਲ ਨਾਲ ਚੱਲਦੇ ਹਨ। 하나님과 더불어 ਪਰਮੇਸ਼ਵਰ ਦੇ ਨਾਲ ਨਾਲ ਚੱਲਣ ਦਾ ਮਤਲਬ ਹੈ 뜻이요 ਪਰਮੇਸ਼ਵਰ ਦੇ ਨਮੂਨੇ ਦਾ ਪਾਲਨ ਕਰਨਾ 오늘 그대로 ਅਤੇ ਉਹਨਾਂ ਨੂੰ ਅਭਿਆਸ ਵਿੱਚ ਲਿਆਣਾ। 한다는 ਹੁਣ ਅਸੀਂ ਸਬਤ ਅਤੇ ਪਸਾਹ ਨੂੰ ਉਹਨਾਂ ਨਮੂਨਿਆਂ ਦੇ ਰੂਪ ਵਿੱਚ ਪਾਇਆ ਹੈ ਜਿਨ੍ਹਾਂ ਦਾ ਸਾਨੂੰ ਪਾਲਨ ਕਰਨਾ ਚਾਹੀਦਾ ਹੈ। ਆਓ ਅਸੀਂ ਇੱਕ ਹੋਰ ਗੱਲ ਲੱਭੀਏ। 요한복음 7 ਆਓ ਅਸੀਂ ਯਹੂਨਾ ਅਧਿਆਇ 7 ਵਚਨ 2 ਉੱਤੇ ਜਾਈਏ। 유대인의 명 ਅਤੇ ਯਹੂਦੀਆਂ ਦਾ 절기가 또 있었습니까? ਕਿਹੜਾ ਪਰਵ? 초막절이 ਯਹੂਦੀਆਂ ਦਾ ਡੇਰਿਆਂ ਦਾ ਪਰਵ ਨੇੜੇ ਸੀ। 14절에 ਜਦੋਂ ਅਸੀਂ ਵਚਨ 14 ਪੜ੍ਹਦੇ ਹਾਂ ਤਾਂ ਇਹ ਲਿਖਿਆ ਗਿਆ ਹੈ ਕਿ ਪਰਵ ਦੇ ਅੱਧੇ ਦਿਨ ਲੰਘ ਗਏ ਸੀ। ਇਹ ਦਿਖਾਉਂਦਾ ਹੈ ਕਿ ਉਹ ਡੇਰਿਆਂ ਦੇ ਪਰਵ ਦੇ ਵਿਚਕਾਰ ਦਾ ਸਮੇਂ ਸੀ। 넘어가서 보시면 ਜਦੋਂ ਅਸੀਂ ਵਚਨ 37 ਉੱਤੇ ਜਾਂਦੇ ਹਾਂ, ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ, ਯਿਸੂ ਖੜਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ, ਭਈ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਜੋ ਕੋਈ ਮੇਰੇ ਉੱਤੇ ਨੇਚਾ ਕਰਦਾ ਹੈ, ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਗਣਗੀਆਂ। 2000 ਸਾਲ ਪਹਿਲਾਂ 이 땅에 ਯਿਸੂ ਇਸ ਧਰਤੀ ਉੱਤੇ ਆਏ ਅਤੇ ਉਹਨਾਂ ਨੇ ਡੇਰਿਆਂ ਦਾ ਪਰਵ ਮਨਾਉਣ ਦਾ ਨਮੂਨਾ ਵਿਖਾਇਆ। 올라 또 보여주셨습니다. ਉੱਥੇ ਸਬਤ ਦਾ ਦਿਨ, 초막절이 ਪਸਾ ਅਤੇ ਡੇਰਿਆਂ ਦਾ ਪਰਵ ਹੈ। ਇੱਕ ਚਰਚ ਹੈ ਜੋ ਇਹਨਾਂ ਸਾਰਿਆਂ ਨਮੂਨਿਆਂ ਦਾ ਪਾਲਨ ਕਰਦਾ ਹੈ। ਉਹ ਕਿਹੜਾ ਚਰਚ ਹੈ? ਉਹ ਚਰਚ ਆਫ ਗੋਡ ਹੈ, ਜਿਸ ਚਰਚ ਵਿੱਚ ਅਸੀਂ ਹਾਂ। 예수 ਇਹ ਉਹ ਚਰਚ ਹੈ ਜਿਸ ਨੂੰ ਯੀਸ਼ੂ ਮਸੀਹ ਨੇ ਸਥਾਪਿਤ ਕੀਤਾ ਸੀ 다시금 또 ਅਤੇ ਜਿਸ ਨੂੰ ਪਰਮੇਸ਼ਵਰ ਨੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਦੁਬਾਰਾ ਸਥਾਪਿਤ ਕੀਤਾ ਹੈ। ਅਸੀਂ ਪਰਮੇਸ਼ਵਰ ਦੀਆਂ ਸਾਰੀਆਂ ਸਿੱਖਿਆਵਾਂ ਅਤੇ ਨਮੂਨਿਆਂ ਦਾ ਪਾਲਨ ਕਰ ਰਹੇ ਹਾਂ। 하고 있습니다. 에녹과 같이 ਚਰਚ ਆਫ ਗੋਡ ਹਨੋਕ ਦੀ ਤਰ੍ਹਾਂ ਹੈ ਜੋ ਪਰਮੇਸ਼ਵਰ ਦੇ ਨਾਲ ਨਾਲ ਚੱਲਦਾ ਸੀ। 성천할 ਸਵਰਗ ਵਿੱਚ ਚੜ ਜਾਵੇਗਾ। ਚਰਚ ਆਫ ਗੋਡ ਉਹ ਜਗ੍ਹਾ ਹੈ
ਜਿੱਥੇ ਸਾਰੇ ਲੋਕ ਜੋ ਸਵਰਗ ਵਿੱਚ ਜਾਣਗੇ ਇਕੱਠਾ ਹੁੰਦੇ ਹਨ। 그리고 우리 ਯੀਸ਼ੂ ਚਾਹੁੰਦੇ ਸੀ 제자들에게 ਕਿ ਉਹਨਾਂ ਦੇ ਚੇਲੇ ਸਾਮਰੀਆ ਵਿੱਚ 만민의 ਅਤੇ ਧਰਤੀ ਦੇ ਬੰਨੇ ਤੀਕ ਵੀ 어떤 복음을 ਖੁਸ਼ਖਬਰੀ ਦਾ ਪ੍ਰਚਾਰ ਕਰੀਏ। ਆਓ ਅਸੀਂ ਮਤੀ ਅਧਿਆਇ 28 ਉੱਤੇ ਜਾਈਏ ਅਤੇ ਪਤਾ ਕਰੀਏ ਕਿ ਕਿਸ ਤਰ੍ਹਾਂ ਦੀ ਖੁਸ਼ਖਬਰੀ ਉਹ ਸਾਨੂੰ ਪ੍ਰਚਾਰ ਕਰਵਾਉਣਾ ਚਾਹੁੰਦੇ ਸੀ। 예수께서 ਅਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। 너희는 가서 ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ 아들과 ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। 합니다. ਅਗਲਾ ਭਾਗ ਮਹੱਤਵਪੂਰਨ ਹੈ। 풍부한 ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। 풍부한 것을 ਸਾਨੂੰ ਸਾਰੀਆਂ ਜਾਤੀਆਂ ਵਿੱਚ ਜਾ ਕੇ 그것을 가르치라. ਉਹ ਗੱਲਾਂ ਮੰਨਣੀਆਂ ਸਿਖਾਉਣੀਆਂ ਚਾਹੀਦੀਆਂ ਹੈ ਜੋ ਯੀਸ਼ੂ ਨੇ ਸਾਨੂੰ ਹੁਕਮ ਦਿੱਤਾ ਹੈ। 만민에게 ਇਹ 그렇게 하기를 ਕਿਸ ਦੀ ਮਰਜ਼ੀ ਹੈ? 하나님께서 그렇게 ਇਹ ਪਰਮੇਸ਼ਵਰ ਦੀ ਮਰਜ਼ੀ ਹੈ। 왜냐하면 ਇਹ ਇਸ ਲਈ ਹੈ ਕਿਉਂਕਿ ਇਸ ਰਾਹ ਦੇ ਦੁਆਰਾ ਸਾਰੇ ਲੋਕ ਮੁਕਤੀ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ ਜਦੋਂ ਤੁਸੀਂ ਇਹਨਾਂ ਦਿਨਾਂ ਵਿੱਚ ਚਾਰੇ ਪਾਸੇ ਚਰਚਾਂ ਨੂੰ ਵੇਖੋ ਤਾਂ ਉਹਨਾਂ ਵਿੱਚੋਂ ਕਿੰਨੇ ਚਰਚ ਹਨ ਜੋ ਯੀਸ਼ੂ ਦੇ ਹੁਕਮ ਮੰਨਦੇ ਹਨ। 많은 것을 우리가 다 일일이 대입하기보다 ਜੇਕਰ ਅਸੀਂ ਅੱਜ ਅਧਿਐਨ ਕੀਤੀਆਂ ਗਈਆਂ ਕੁਝ ਗੱਲਾਂ ਤੇ ਵਿਚਾਰ ਕਰੀਏ 한번 대입해 보면 ਤਾਂ ਅਸੀਂ ਜਾਣ ਸਕਦੇ ਹਾਂ 하나님께서 분방 ਕਿ ਕਿਹੜਾ ਚਰਚ ਉਹ ਮਨਾ ਰਿਹਾ ਹੈ 하나님께서 ਅਤੇ ਸਿਖਾ ਰਿਹਾ ਹੈ ਜੋ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤੇ ਹਨ। 지키고 있는 사람 ਹੁਣ ਅਸੀਂ ਪੱਕੇ ਤਰੀਕੇ ਨਾਲ ਇਸ ਨੂੰ ਪਹਿਚਾਨ ਸਕਦੇ ਹਾਂ ਕਿ ਨਹੀਂ। ਸਦੀਪਕ ਸਵਰਗ ਦਾ ਰਾਜ ਨੇੜੇ 너무나도 가까이 ਬਹੁਤ ਨੇੜੇ ਆ ਰਿਹਾ ਹੈ। 이 가까운 ਸਵਰਗ ਦੇ ਰਾਜ ਦੇ ਬਾਰੇ ਸੋਚਦੇ ਹੋਏ 하나님과 더불어 ਸਾਨੂੰ ਹੋਰ ਵੱਧ ਪਰਮੇਸ਼ਵਰ ਦੇ ਨਾਲ ਚੱਲਣਾ ਚਾਹੀਦਾ ਹੈ ਤਾਂ ਜੋ ਅਸੀਂ ਇਹ ਸਾਖੀ ਪਾਉਂਦੇ ਹੋਏ ਕਿ ਤੁਸੀਂ ਉਹੀ ਹੋ ਜੋ ਪਰਮੇਸ਼ਵਰ ਨੂੰ ਖੁਸ਼ ਕਰਨ ਵਾਲੇ ਸੀ। ਹਨੋਕ ਦੀ ਤਰ੍ਹਾਂ ਸਵਰਗ ਵਿੱਚ ਚੜਾਂਗੇ। ਸਾਨੂੰ ਇਸ ਤਰ੍ਹਾਂ ਕਰਨ ਲਈ 무엇이며 ਸਾਨੂੰ ਸਹੀ ਤਰ੍ਹਾਂ ਸਮਝਣ ਦੀ ਲੋੜ ਹੈ 우리로 하여금 ਕਿ ਯੀਸ਼ੂ ਨੇ ਸਾਨੂੰ ਕੀ ਸਿਖਾਇਆ, ਸਾਨੂੰ ਕੀ ਹੁਕਮ ਦਿੱਤੇ ਅਤੇ ਸਾਨੂੰ ਕੀ ਮਨਾਉਣ ਲਈ ਕਿਹਾ ਤਾਂ ਜੋ ਅਸੀਂ ਸਿਯੋਨ ਦੀ ਸਾਰੀ ਸੰਤਾਨ ਹਰ ਦਿਨ ਪਰਮੇਸ਼ਵਰ ਦੇ ਨਾਲ ਚੱਲ ਸਕਣ। 자, 그럼 ਸਾਡੇ ਆਲੇ ਦੁਆਲੇ ਬਹੁਤ ਸਾਰੇ ਚਰਚ ਹਨ, ਹੈ ਨਾ? ਆਓ ਅਸੀਂ ਉਹਨਾਂ ਗੱਲਾਂ ਦੇ ਬਾਰੇ ਸੋਚੀਏ ਕਿ ਯੀਸ਼ੂ ਦੇ ਹੁਕਮਾਂ ਵਿੱਚੋਂ ਉਹ ਕਿਸ ਦਾ ਪਾਲਨ ਕਰ ਰਹੇ ਹਨ। ਅੱਜ ਆਓ ਅਸੀਂ ਸਬਤ ਦੇ ਦਿਨ ਦੇ ਸੰਬੰਧ ਵਿੱਚ ਉਸ ਗੱਲ ਦੇ ਬਾਰੇ ਸੋਚੀਏ। ਸਬਤ ਦਾ ਦਿਨ ਉਹ ਸੱਚਾਈ ਹੈ ਜਿਸ ਨੂੰ ਯੀਸ਼ੂ ਨੇ ਇੱਕ ਨਮੂਨੇ ਦੇ ਰੂਪ ਵਿੱਚ ਖੁਦ ਮਨਾਇਆ ਸੀ। 근데 오늘날 ਹਾਲਾਂਕਿ 안식일을 지키는 ਕੀ ਕੋਈ ਚਰਚ ਹੈ ਜੋ ਸਬਤ ਦਾ ਦਿਨ ਮਨਾਉਂਦਾ ਹੈ? 하나님의 교회 ਚਰਚ ਆਫ ਗੋਡ ਨੂੰ ਛੱਡ ਕੇ ਕੋਈ ਚਰਚ ਨਹੀਂ ਹੈ। 어떤 사람 ਕੁਝ ਲੋਕ ਕਹਿੰਦੇ ਹਨ 7 ਦੇ ਐਡਵੈਂਟਿਸਟ ਚਰਚ ਦੇ ਬਾਰੇ ਕੀ, ਪਰ ਉਹ ਚਰਚ ਸਬਤ ਨੂੰ ਸਹੀ ਤਰ੍ਹਾਂ ਨਹੀਂ ਮਨਾਉਂਦਾ ਕਿਉਂਕਿ ਉਹ ਸ਼ੁੱਕਰਵਾਰ ਨੂੰ ਆਰਾਧਨਾ ਕਰਦੇ ਹਨ। 때문에 그 역시 ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਸਬਤ ਦਾ ਦਿਨ ਮਨਾਉਂਦੇ ਹਨ। 교회는 ਇਸ ਦੇ ਇਲਾਵਾ ਕਿਸ ਦਿਨ ਜ਼ਿਆਦਾਤਰ ਈਸਾਈ ਚਰਚ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਨ? 안식일 아니 ਉਹ ਐਤਵਾਰ ਨੂੰ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਨ ਜੋ ਸਬਤ ਦਾ ਦਿਨ ਨਹੀਂ ਹੈ। ਕੁਝ ਚਰਚਾਂ ਵਿੱਚ ਸ਼ੁੱਕਰਵਾਰ ਦੀ ਆਰਾਧਨਾ ਹੁੰਦੀ ਹੈ, ਕੁਝ ਚਰਚਾਂ ਵਿੱਚ ਐਤਵਾਰ ਦੀ ਆਰਾਧਨਾ ਹੁੰਦੀ ਹੈ। ਸਾਡੇ ਬਾਰੇ ਕੀ? ਅਸੀਂ ਪਰਮੇਸ਼ਵਰ ਦੀ ਸਿੱਖਿਆ ਦੇ ਅਨੁਸਾਰ ਕੀ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ 7ਵੇਂ ਦਿਨ ਦੀ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਾਂ। 예수님의 ਇਹ ਵਿਸ਼ਵਾਸ ਦਾ ਰਾਹ ਹੈ 신앙의 길이 ਜੋ ਸਹੀ ਤਰ੍ਹਾਂ ਯੀਸ਼ੂ ਦੇ ਨਮੂਨੇ ਦਾ ਪਾਲਨ ਕਰਦਾ ਹੈ। 6월 절지 ਪਸਾ ਦੇ ਬਾਰੇ ਕੀ? ਇਹਨਾਂ ਦਿਨਾਂ ਵਿੱਚ ਤੁਸੀਂ ਕਿਸੇ ਵੀ ਚਰਚ ਨੂੰ ਨਹੀਂ ਲੱਭ ਸਕਦੇ ਜੋ ਪਸਾ ਮਨਾਉਂਦਾ ਹੈ। 너희에게 ਖੁਸ਼ਖਬਰੀ ਦੀ ਕਿਤਾਬ ਦੇ ਅੰਤਮ ਪੇਜ ਵਿੱਚ 그걸 ਯੀਸ਼ੂ ਨੇ ਸਾਨੂੰ ਉਹਨਾਂ ਦੀ ਅੰਤਿਮ ਬੇਨਤੀ ਕੀਤੀ, ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਜਦੋਂ ਅਸੀਂ ਅਜਿਹਾ ਕਰਦੇ ਹਾਂ ਫਿਰ ਪੂਰੀ ਦੁਨੀਆ ਮੁਕਤੀ ਪ੍ਰਾਪਤ ਕਰ ਸਕਦੀ ਹੈ। 구원받을 수 ਹਾਲਾਂਕਿ 이와 같은 그 가르침 ਇਹਨਾਂ ਸਾਰੀਆਂ ਸਿੱਖਿਆਵਾਂ ਦੀ 전부 ਅਣਗਹਿਲੀ ਕੀਤੀ ਜਾ ਰਹੀ ਹੈ। 안식일 ਸਬਤ ਦਾ ਦਿਨ 받습니까? ਕੀ ਇਸ ਦਾ ਸਵਾਗਤ ਕੀਤਾ ਜਾਂਦਾ ਹੈ? ਨਹੀਂ। 6월절 ਪਸਾ 받습니까? ਕੀ ਇਸ ਦਾ ਸਵਾਗਤ ਕੀਤਾ ਜਾਂਦਾ ਹੈ? ਨਹੀਂ। 장막절 즉 ਡੇਰਿਆਂ ਦੇ ਪਰਵ ਦੇ ਬਾਰੇ ਕੀ? 받고 있습니까? ਉਹ ਵੀ ਨਕਾਰਿਆ ਜਾਂਦਾ ਹੈ। 하나님의 것이 ਲੋਕ 세상은 ਉਹਨਾਂ ਗੱਲਾਂ ਦੀ ਅਣਗਹਿਲੀ ਕਰ ਰਹੇ ਹਨ ਜੋ ਪਰਮੇਸ਼ਵਰ ਦੀਆਂ ਹਨ। 그래서 ਇਸ ਲਈ ਬਾਈਬਲ ਨੇ ਕਿਹਾ 사람들이 ਕਿ ਸਵਰਗ ਜਾਣ ਦਾ ਰਾਹ 문이라고 이렇게 ਭੀੜਾ ਰਾਹ ਹੈ, 하고 있지 않습니까? ਹੈ ਨਾ? 멸망으로 ਬਹੁਤ ਸਾਰੇ ਲੋਕ ਉਸ ਰਾਹ ਉੱਤੇ ਜਾਂਦੇ ਹਨ ਜੋ ਵਿਨਾਸ਼ ਵੱਲ ਲਿਜਾਂਦਾ ਹੈ। ਹਾਲਾਂਕਿ ਸਿਰਫ ਕੁਝ ਹੀ ਉਸ ਫਾਟਕ ਤੋਂ ਲੰਘਦੇ ਹਨ
ਜੋ ਸਾਨੂੰ ਜੀਵਨ ਵੱਲ ਲੈ ਜਾਂਦਾ ਹੈ, ਕਿਉਂਕਿ ਰਾਹ ਭੀੜਾ ਹੈ। 77억 ਇਸ ਸੰਸਾਰ ਵਿੱਚ 생들 가운데 7.7 ਅਰਬ ਲੋਕਾਂ ਵਿੱਚੋਂ ਕਿੰਨੇ ਲੋਕ ਜੀਵਨ ਦੇ ਰਾਹ ਵਿੱਚ ਪਰਮੇਸ਼ਵਰ ਦੇ ਨਾਲ ਚੱਲ ਰਹੇ ਹਨ? ਜਦੋਂ ਅਸੀਂ ਪਰਮੇਸ਼ਵਰ ਦੀਆਂ ਸੰਤਾਨਾਂ ਦੀ ਗਿਣਤੀ ਜੋ ਪਰਮੇਸ਼ਵਰ ਦੇ ਨਾਲ ਚੱਲ ਰਹੇ ਹਨ 7.7 ਅਰਬ ਲੋਕਾਂ ਨਾਲ ਤੁਲਨਾ ਕਰਦੇ ਹਾਂ ਜੋ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਹਨ, ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਬਹੁਤ ਹੈ। ਹਾਲਾਂਕਿ ਯੀਸ਼ੂ ਨੇ ਸਾਨੂੰ ਕਿਹਾ, ਜਾਓ ਅਤੇ ਉਹ ਸਿਖਾਓ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਉਹਨਾਂ ਨੂੰ ਮੰਨਣਾ ਸਿਖਾਓ। ਸਾਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ? ਇਹ ਇਸ ਲਈ ਹੈ ਕਿਉਂਕਿ ਸਿਰਫ ਤਦ ਲੋਕ ਮੁਕਤੀ ਪ੍ਰਾਪਤ ਕਰ ਸਕਦੇ ਹਨ। ਆਓ ਅਸੀਂ ਮਰਕੁਸ ਅਧਿਆਇ 16 ਵਿੱਚ ਉਸੇ ਗੱਲ ਦੀ ਪੁਸ਼ਟੀ ਕਰੀਏ। ਮਰਕੁਸ ਅਧਿਆਇ 16 ਵਚਨ 15, ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। 라고 하는 것이 뭡니까? ਖੁਸ਼ਖਬਰੀ ਕੀ ਹੈ? ਇਹ ਸਾਰੀ ਵਿਵਸਥਾ ਅਤੇ ਨਿਯਮ ਹਨ ਜੋ ਯੀਸ਼ੂ ਨੇ ਸਿਖਾਏ ਅਤੇ 그 모든 ਸਾਨੂੰ ਮਨਾਉਣ ਦਾ ਹੁਕਮ ਦਿੱਤਾ। ਦੂਸਰੇ ਸ਼ਬਦਾਂ ਵਿੱਚ ਇਹ ਨਵਾਂ ਨੇਮ ਹੈ ਨਾ? ਸਾਨੂੰ ਇਸ ਦਾ ਪ੍ਰਚਾਰ ਕਰਨਾ ਚਾਹੀਦਾ ਹੈ। 인류가 ਫਿਰ ਸਾਰੀ ਮਨੁੱਖ ਜਾਤੀ ਨੂੰ ਖੁਸ਼ਖਬਰੀ ਕਿਉਂ ਸੁਣਨੀ ਚਾਹੀਦੀ ਹੈ? ਜਦੋਂ ਅਸੀਂ ਖੁਸ਼ਖਬਰੀ ਸੁਣਦੇ ਹਾਂ ਅਤੇ ਉਸ ਦਾ ਪਾਲਨ ਕਰਦੇ ਹਾਂ ਤਾਂ ਪਰਮੇਸ਼ਵਰ ਸਾਡੇ ਪਰਮੇਸ਼ਵਰ ਹੋਣਗੇ ਅਤੇ ਅਸੀਂ ਉਹਨਾਂ ਦੇ ਲੋਕ ਹੋਵਾਂਗੇ ਅਤੇ ਮੁਕਤੀ ਪ੍ਰਾਪਤ ਕਰਾਂਗੇ। 15절에 ਆਓ ਅਸੀਂ ਦੁਬਾਰਾ ਵਚਨ 15 ਵੇਖੀਏ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹਦਾ ਕੀ ਹੋਵੇਗਾ? ਉਹ ਬਚਾਇਆ ਜਾਵੇਗਾ। ਪਰ ਜਿਹੜਾ ਪ੍ਰਤੀਤ ਨਾ ਕਰੇ 될 것이요. ਉਸ ਦਾ ਕੀ ਹੋਵੇਗਾ? 어떻게 되 ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ, 다시 말해서 ਕਿਉਂਕਿ ਇਹ ਪੱਕਾ ਕਰੇਗਾ ਕਿ ਕੋਈ ਸਵਰਗ ਜਾਵੇਗਾ ਜਾਂ ਨਰਕ ਵਿੱਚ ਜਾਵੇਗਾ। ਤਾਂ ਯੀਸ਼ੂ ਨੇ ਸਾਨੂੰ ਇਹ ਕਹਿੰਦੇ ਹੋਏ ਜਾਗਰੂਕ ਕੀਤਾ, 지킬 수 있도록 만민에게 ਜੋ ਕੁਝ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਉਸ ਨੂੰ ਸਿਖਾਓ ਤਾਂ ਜੋ ਸਾਰੀਆਂ ਜਾਤੀਆਂ ਇਸ ਦਾ ਪਾਲਨ ਕਰ ਸਕਣ। ਐਤਵਾਰ ਦੀ ਆਰਾਧਨਾ, ਕ੍ਰਿਸਮਸ, ਧੰਨਵਾਦ ਦਿਵਸ, ਸਲੀਬ ਦੀ ਉਪਾਸਨਾ 추수감사 ਉਹ ਯੀਸ਼ੂ ਦੁਆਰਾ ਸਾਨੂੰ ਨਹੀਂ ਸਿਖਾਏ ਗਏ ਸੀ। 어떤 그 ਆਓ ਅਸੀਂ ਖੁਦ ਨੂੰ ਯਾਦ ਕਰਾਈਏ ਕਿ ਇਹ ਚੀਜ਼ਾਂ ਸਾਨੂੰ ਮੁਕਤੀ ਤੱਕ ਨਹੀਂ ਪਹੁੰਚਾ ਸਕਦੀਆਂ। ਸਾਨੂੰ ਬਾਈਬਲ ਦੇ ਦੁਆਰਾ ਸਮਝਣਾ ਚਾਹੀਦਾ ਹੈ ਕਿ ਜੋ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਨਦੇ ਹਨ 성경을 ਉਹ 확인 ਪਰਮੇਸ਼ਵਰ ਦੇ ਨਾਲ ਨਹੀਂ ਚੱਲ ਸਕਦੇ। 에스겔서 ਆਓ ਅਸੀਂ ਯੇਜਕੇਲ ਅਧਿਆਇ 36 ਵਚਨ 26 ਉੱਤੇ ਜਾਈਏ। 또 새 ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਬਖਸ਼ਾਂਗਾ ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਕਿਸ ਉੱਤੇ ਚਲਾਵਾਂਗਾ? ਆਪਣੀਆਂ ਵਿਧੀਆਂ ਉੱਤੇ ਚਲਾਵਾਂਗਾ ਅਤੇ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ ਅਤੇ ਤੁਸੀਂ ਉਸ ਦੇਸ਼ ਵਿੱਚ ਜਿਹੜਾ ਮੈਂ ਤੁਹਾਡੇ ਪਿਓ ਦਾਦਿਆਂ ਨੂੰ ਦਿੱਤਾ ਵਸੋਗੇ ਅਤੇ ਤੁਸੀਂ ਮੇਰੀ ਪ੍ਰਜਾ ਹੋਵੋਗੇ ਅਤੇ ਮੈਂ ਤੁਹਾਡਾ ਕੀ 너희를 모 ਪਰਮੇਸ਼ਵਰ ਹੋਵਾਂਗਾ 어떻게 하신다? ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਬਚਾਵਾਂਗਾ। 결국 ਹੁਣ ਅਸੀਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤਿੱਕਰ ਖੁਸ਼ਖਬਰੀ ਪ੍ਰਚਾਰ ਕਰਕੇ ਦੁਨੀਆ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਸਰੇ ਸ਼ਬਦਾਂ ਵਿੱਚ ਅਸੀਂ ਲੋਕਾਂ ਨੂੰ ਪਰਮੇਸ਼ਵਰ ਦੀਆਂ ਸਿੱਖਿਆਵਾਂ ਪ੍ਰਦਾਨ ਕਰ ਰਹੇ ਹਾਂ। 하게 진리가 전해져야 되겠고 ਇਸ ਨੂੰ ਮਨਾਉਣ ਦਾ ਤਰੀਕਾ ਅਤੇ ਨਵੇਂ ਨੇਮ ਦੀ ਠੀਕ ਮਾਨਸਿਕਤਾ ਨੂੰ ਪੂਰੀ ਦੁਨੀਆ ਵਿੱਚ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ 실천할 수 있도록 만민들을 ਤਾਂ ਜੋ ਸਾਰੇ ਲੋਕ ਨਵੇਂ ਨੇਮ ਦੀਆਂ ਸਿੱਖਿਆਵਾਂ ਦਾ ਪਾਲਨ ਕਰ ਸਕਣ। 그런 교회가 ਉਸ ਤਰ੍ਹਾਂ ਦਾ ਚਰਚ ਪਰਮੇਸ਼ਵਰ ਦੇ ਨਾਲ ਚੱਲਣ ਵਾਲਾ ਚਰਚ ਹੈ ਅਤੇ ਉਸ ਚਰਚ ਦੇ ਲੋਕ ਪਰਮੇਸ਼ਵਰ ਦੇ ਨਾਲ ਚੱਲਣ ਵਾਲੇ ਲੋਕ ਹਨ। ਪਰ ਬਹੁਤ ਸਾਰੀਆਂ ਆਤਮਾਵਾਂ ਹੁਣ ਮੁਕਤੀ ਦੇ ਸੰਦੇਸ਼ ਨੂੰ ਨਹੀਂ ਸਮਝਦੀਆਂ। ਕੁਝ ਲੋਕ ਕਹਿ ਸਕਦੇ ਹਨ, ਜਦੋਂ ਵੀ ਉਹ ਮੈਨੂੰ ਮਿਲਦਾ ਹੈ ਉਹ ਸਿਰਫ ਚਰਚ ਦੇ ਬਾਰੇ ਗੱਲ ਕਰਦਾ ਹੈ, ਪਰ ਜਦੋਂ ਉਹ ਆਤਮਿਕ ਨਜ਼ਰੀਏ ਨਾਲ ਇਸ ਸਥਿਤੀ ਨੂੰ ਦੇਖੇ ਤਾਂ ਉਹ ਸੋਚੇਗਾ ਸੱਚਮੁੱਚ ਉਸ ਦੇ ਕੋਲ ਬਹੁਤ ਪਿਆਰ ਸੀ। 보잘것없는 ਮੇਰੀ ਆਤਮਾ ਨੂੰ ਬਚਾਉਣ ਲਈ 그토록 ਉਸਨੇ ਲੰਬੇ ਸਮੇਂ ਤੱਕ ਬਹੁਤ ਕੋਸ਼ਿਸ਼ਾਂ ਕੀਤੀਆਂ। ਉਸਨੇ ਮੈਨੂੰ ਉਹ ਦੱਸਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿ ਯੀਸ਼ੂ ਨੇ ਸਾਨੂੰ ਕੀ ਮਨਾਉਣ ਦਾ ਹੁਕਮ ਦਿੱਤਾ। 이 사실을 ਅੰਤ ਵਿੱਚ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਲੱਗੇਗਾ। ਸਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਤਾ ਲੱਗੇਗਾ, ਸਾਡੇ ਸਾਰੇ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣ ਪਛਾਣ ਵਾਲਿਆਂ ਨੂੰ ਇਹ ਪਤਾ ਲੱਗ ਜਾਵੇਗਾ। 문영원에게 ਪਰਮੇਸ਼ਵਰ ਨੇ ਸਾਨੂੰ ਸਾਰੇ ਲੋਕਾਂ ਨੂੰ ਸਵਰਗ ਦੇ ਰਾਹ ਦਾ ਪ੍ਰਚਾਰ ਕਰਨ ਲਈ ਕਿਹਾ। ਜਦੋਂ ਲੋਕ ਇਸ ਸੰਦੇਸ਼ ਨੂੰ ਸੁਣਦੇ ਹਨ ਤਾਂ ਭਾਵੇਂ ਉਹ ਇਸ ਨੂੰ ਸਵੀਕਾਰ ਕਰਨ ਜਾਂ ਨਾ ਕਰਨ, ਫਿਰ ਵੀ ਇਸ ਦੇ ਲਈ ਜ਼ਿੰਮੇਵਾਰੀ ਉਹੀ ਲੈਂਦੇ ਹਨ, ਅਸੀਂ ਨਹੀਂ। ਪਰ ਸਾਨੂੰ ਉਹਨਾਂ ਨੂੰ ਜੀਵਨ ਦੀ ਆਸ਼ੀਸ਼ਿਤ
ਅਤੇ ਕੀਮਤੀ ਸੱਚਾਈ ਬਾਰੇ ਦੱਸਣਾ ਚਾਹੀਦਾ ਹੈ ਕਿ ਨਹੀਂ। ਸਾਨੂੰ ਲੋਕਾਂ ਨੂੰ ਇਸ ਬਾਰੇ ਪਤਾ ਲੱਗਣ ਦੇਣਾ ਚਾਹੀਦਾ ਹੈ ਤਾਂ ਜੋ ਉਹ ਪਰਮੇਸ਼ਵਰ ਦੀਆਂ ਬਾਹਾਂ ਵਿੱਚ ਵਾਪਸ ਆ ਸਕਣ। 여기 나만 ਸਵਰਗ ਸਿਰਫ ਸਾਡੇ ਲਈ ਹੀ ਨਹੀਂ ਹੈ ਬਲਕਿ ਸਾਰੇ ਲੋਕਾਂ ਦੇ ਲਈ ਹੈ। 행복을 얻을 수 있는 ਜਦੋਂ ਤੱਕ ਸਾਰੇ ਲੋਕ ਸੱਚੀ ਖੁਸ਼ੀ ਪ੍ਰਾਪਤ ਨਹੀਂ ਕਰ ਲੈਂਦੇ ਉਦੋਂ ਤੱਕ ਮੈਂ ਸਿਯੋਨ ਦੇ ਸਾਰੇ ਮੈਂਬਰਾਂ ਨੂੰ ਇਸ ਨੂੰ ਪੂਰਾ ਕਰਨ ਲਈ ਥੋੜੀ ਕੋਸ਼ਿਸ਼ ਹੋਰ ਕਰਨ ਲਈ ਕਹਿਣਾ ਚਾਹੁੰਦਾ ਹਾਂ। 하나님과 ਸਾਡਾ ਚਰਚ ਆਫ ਗੋਡ ਪਰਮੇਸ਼ਵਰ ਦੇ ਨਾਂ ਨਾਲ ਚੱਲ ਰਿਹਾ ਹੈ 하나님과 ਅਤੇ ਅਸੀਂ ਪਰਮੇਸ਼ਵਰ ਦੇ ਨਾਂ ਨਾਲ ਚੱਲਣ ਵਾਲੇ ਲੋਕ ਹਾਂ। ਪਰਮੇਸ਼ਵਰ ਨੂੰ ਪ੍ਰਸੰਨ ਕਰਦੇ ਹੋਏ ਕਿਰਪਾ ਆਨੰਦਤ ਸਬਤ ਦਾ ਦਿਨ ਮਨਾਓ। ਇਸ ਸਬਤ ਦਿਨ ਦੁਆਰਾ ਆਓ ਅਸੀਂ ਪਰਮੇਸ਼ਵਰ ਦੇ ਪਿਆਰ ਅਤੇ ਉਹਨਾਂ ਦੀ ਸਾਰੀ ਇੱਛਾ ਨੂੰ ਹੋਰ ਵੱਧ ਸਮਝੀਏ। ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।